रिपब्लिक आपां कर रहे सी। रिपब्लिक का मतलब हुंदा कि कोई भी कंट्री कोई भी स्टेट जिहदा हैड है जिहड़ा इन केस ऑफ इंडिया जिवें कि साडा राष्ट्रपति है, ही विल बी इलैक्टेड डायरैक्टली और इनडायरैक्टली, जिन्हों सीधे तौर पर या असीधे तौर पर चुनिया जाएगा। किसी भी स्टेट कोई भी स्टेट जिहदा हैड इलैक्टेड होएगा डायरैक्टली और इनडायरैक्टली उन्होंने असी रिपब्लिक कहांगे। ठीक है। और जिहड़ी स्टेट या कंट्री जिहदे विच उहदा हैड है जां उहदा प्रेजिडेंट तुसीं कह सकते हो जां जो भी बंदा गवर्नमेंट नूं हैड करदा स्टेट नूं हैड करदा वो बंदा हेरिडिटरी जिवें चलदा आ रहा। ठीक है कि साडे तां राजे महाराजे सी, असीं तां पुश्तां तो राजे ही हैं। उस फैमिली के मैंबर नूं जदों किसी स्टेट का हैड बनाया जाता है तो उन्होंने कहते मोनार्क। ठीक है, मोनार्की कह देंगे ने। रिपब्लिक एंड मोनार्की ये दो टर्म्स ने, समटाइम्स MCQs दे विच तुहाडे तो पुछियां जा सकदियां। मोनार्की हाँ, ब्रिटेन है जिवें उत्थे मोनार्की चलती है क्योंकि ब्रिटेन की महाराणी नूं या उस घराने नूं ही उस स्टेट का हैड लाया जाता। साडे तां 5 साल बाद प्रेजिडेंट आ जिहड़ा चेंज हो जाता। ठीक है, उत्थे उन्हां दे परिवार च ही तुरिया आउंदा कि जे ये होणगे इस तो बाद जे ये ना होणगे तो आ बनेगा आ बनेगा। उत्थे मोनार्की है, साडे रिपब्लिक है। और असीं रिपब्लिक डे मनाउने आ 26 जनवरी 1950 दे करके मनाउने आ क्योंकि उस दिन असीं आपदा संविधान है जिहड़ा इनफोर्स कीता सी। भावें कि असीं 26 जनवरी 1949 नूं आपदा संविधान बना लिया सी, अडॉप्ट कर लिया सी। ਉਹਦੀਆਂ कुछ प्रोविजनस ਜਿਹੜੀਆਂ इलैक्शन ਨੂੰ ਲੈ ਕੇ सिटीजनशिप ਨੂੰ ਲੈ ਕੇ ਉਹ ਅਸੀਂ 26 जनवरी 1949 ਨੂੰ ਹੀ ਲਾਗੂ ਕਰਤੀਆਂ ਸੀਗੀਆਂ। ਉਸ ਦਿਨ ਨੂੰ ਅਸੀਂ ਹਰ ਸਾਲ ਸੰਵਿਧਾਨ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ और 26 जनवरी ਨੂੰ ਅਸੀਂ ਜਦੋਂ ਤੋਂ ਅਸੀਂ ਇੰਡੀਪੈਂਡੈਂਸ ਲਈ ਆ ਉਦੋਂ ਤੋਂ ਰਿਪਬਲਿਕ ਡੇ ਮਨਾ ਰਹੇ ਹਾਂ। ਠੀਕ ਹੈ, ਜਦੋਂ ਸੰਵਿਧਾਨ ਬਣਿਆ ਸੀ ਸਾਡੇ ਸੰਵਿਧਾਨ ਦੇ ਵਿੱਚ ਸੰਵਿਧਾਨ ਇੱਕ ਬੁੱਕ ਹੈ, ਇੱਕ ਡਾਕੂਮੈਂਟ ਹੈ। ਡਾਕੂਮੈਂਟ ਦੇ ਨੂੰ ਜਦੋਂ ਕੋਈ ਬੁੱਕ ਹੁੰਦੀ ਹੈ ਜਾਂ ਕੋਈ ਡਾਕੂਮੈਂਟ ਹੁੰਦਾ ਤਾਂ ਉਹਨੂੰ ਤੋੜਿਆ ਜਾਂਦਾ ਹੈਗਾ। ਲਾਈਕ ਉਹਦੇ ਵਿੱਚ ਪਹਿਲਾਂ ਇੰਡੈਕਸ ਬਣਦਾ, ਫਿਰ ਉਹਦੇ 'ਚ ਚੈਪਟਰਸ ਬਣਦੇ ਨੇ, ਚੈਪਟਰਸ ਦੇ ਅੱਗੇ ਸਬ ਚੈਪਟਰਸ ਹੁੰਦੇ ਨੇ। ਉਸੇ ਤਰ੍ਹਾਂ ਜਿਹੜਾ ਸਾਡਾ ਕੌਂਸਟੀਟਿਊਸ਼ਨ ਹੈ ਇਹਨੂੰ ਵੀ ਇੱਕ ਅਜਿਹੀ ਵੰਡ 'ਚ ਹੀ ਵੰਡਿਆ ਗਿਆ। ਸਭ ਤੋਂ ਪਹਿਲਾਂ ਇਹਦਾ ਮੇਨ ਪਾਰਟ ਨੇ ਜਿਹੜੇ ਉਹ ਸ਼ਡਿਊਲ ਨੇ। ਸ਼ਡਿਊਲ ਸਮ ਸੌਰਟ ਆਫ ਸੈਟ ਕਿ ਕੁਛ ਕੁ ਚੈਪਟਰਸ ਨੂੰ ਮਿਲਾ ਕੇ ਇੱਕ ਸ਼ਡਿਊਲ ਬਣਾਤਾ ਕਿ ਸੰਵਿਧਾਨ ਦੇ ਵਿੱਚ ਇੰਨੇ ਸ਼ਡਿਊਲ ਨੇ। ਓਰੀਜਨਲੀ ਸਾਡੇ ਸੰਵਿਧਾਨ ਦੇ ਵਿੱਚ ਕਿੰਨੇ ਸ਼ਡਿਊਲ ਸੀ? 8 ਸ਼ਡਿਊਲ ਸੀਗੇ। ਠੀਕ ਹੈ, ਦੋ ਟੇਬਲ ਬਣਾ ਲਓ, ਇੱਕ ਪਾਸੇ ਲਿਖ ਲਓ ਓਰੀਜਨਲੀ ਕਿੰਨੇ ਸੀ ਤੇ ਅੱਜ ਕਿੰਨੇ ਨੇ। ਸ਼ਡਿਊਲ ਲਿਖ ਲਓ। ਸ਼ਡਿਊਲ ਹੈਗੇ ਨੇ ਸਾਡੇ ਟੋਟਲ ਉਸ ਟਾਈਮ ਸੀਗੇ 8। ਸ਼ਡਿਊਲਸ ਨੂੰ ਅੱਗੋਂ ਪਾਰਟਸ ਦੇ ਵਿੱਚ ਵੰਡ ਦਿੰਦੇ ਨੇ। ਪਹਿਲਾ ਸ਼ਡਿਊਲ ਨੂੰ ਅੱਗੋਂ ਪਾਰਟਸ ਦੇ ਵਿੱਚ ਵੰਡ ਦਿੰਦੇ ਨੇ, ਫਿਰ ਪਾਰਟਸ ਆਉਂਦੇ ਨੇ। ਪਾਰਟਸ ਸਾਡੇ ਉਦੋਂ ਕਿੰਨੇ ਸੀਗੇ? 22 8 ਸ਼ਡਿਊਲ 22 ਪਾਰਟ ਔਰ ਪਾਰਟਸ ਦੇ ਵਿੱਚ ਗਾਂ ਅੱਗੇ ਆਰਟੀਕਲ ਹੁੰਦੇ ਨੇ। ਠੀਕ ਹੈ, ਪਹਿਲਾ ਸ਼ਡਿਊਲ ਬਹੁਤ ਸਾਰੇ ਪਾਰਟਸ ਤੋਂ ਬਣਦਾ। ਪਾਰਟਸ ਆ ਜਿਹੜੇ ਉਹ ਬਹੁਤ ਸਾਰੇ ਆਰਟੀਕਲਸ ਤੋਂ ਬਣਦੇ ਆ। ਸੋ ਸ਼ਡਿਊਲ 8 ਸੀ ਉਸ ਟਾਈਮ, ਪਾਰਟ ਸਾਡੇ 22 ਸੀ ਔਰ ਆਰਟੀਕਲ ਕਿੰਨੇ ਸੀ? 395 395। ਅੱਜ ਕੀ ਪੋਜੀਸ਼ਨ ਹੈ? ਅੱਜ ਸ਼ਡਿਊਲ ਕਿੰਨੇ ਨੇ? ਪਹਿਲਾਂ 12 ਸ਼ਡਿਊਲ ਲਿਖ ਲਓ, 25 ਪਾਰਟ ਨੇ ਔਰ ਜਿਹੜੇ ਆਰਟੀਕਲ ਆ ਸਾਡੇ ਉਹ ਪਿਛਲੇ ਸਾਲ ਦੀ ਡਿਟੇਲ ਮੇਰੇ ਕੋਲ ਹੈਗੀ, ਇਸ ਵਾਰ ਦੀ ਹੈ ਨਹੀਂ, 470 ਹੋ ਚੁੱਕੇ ਸੀਗੇ।
470 ਇਹ ਤੁਹਾਨੂੰ ਪੁੱਛੇਗਾ ਨਹੀਂ ਕੋਈ, ਬਸ ਤੁਹਾਡੀ ਨੌਲੇਜ ਦੇ ਲਈ ਆ ਕਿ ਆਰਟੀਕਲ ਜਿਹੜੇ ਵੱਧਦੇ ਰਹਿੰਦੇ ਨੇ। ਜਿਹੜੇ ਸ਼ਡਿਊਲ ਔਰ ਪਾਰਟ ਆ ਉਹਦੇ ਤੇ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ, ਜਾਂ ਇਹ ਪੁੱਛਿਆ ਜਾ ਸਕਦਾ ਕਿ ਓਰੀਜਨਲੀ ਸਾਡੇ ਸੰਵਿਧਾਨ ਦੇ ਵਿੱਚ ਕਿੰਨੇ ਆਰਟੀਕਲ ਸੀ। ਉਹ ਫਿਕਸ ਹੈ 395। ਸ਼ਡਿਊਲ ਸਾਡੇ ਅੱਜ ਹੋ ਗਏ ਨੇ 12 ਔਰ ਪਾਰਟ ਸਾਡੇ ਅੱਜ ਹੋ ਗਏ ਨੇ 25। ਇਹ ਬੇਸਿਕ ਨੌਲੇਜ ਹੈ ਕਨਸਟੀਟਿਊਸ਼ਨ ਦੀ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਇੱਕ ਦੋ ਕੁਐਸਚਨ ਆ ਜਿਹੜੇ ਇੱਥੋਂ ਹੀ ਨਿਕਲਣੇ ਆ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਅਸੀਂ ਚੱਲਦੇ ਹਾਂ ਕਿ ਕਨਸਟੀਟਿਊਸ਼ਨ ਦੇ ਫੀਚਰਸ ਕੀ ਕੀ ਨੇ, ਕਿ ਸੰਵਿਧਾਨ ਦੀਆਂ ਸਾਡੇ ਦੀਆਂ ਕੀ ਕੀ ਖੂਬੀਆਂ ਨੇ, ਠੀਕ ਹੈ। ਸਭ ਤੋਂ ਪਹਿਲਾਂ ਹੈਗਾ ਕਿ ਸਾਡਾ ਕਨਸਟੀਟਿਊਸ਼ਨ ਕਿੰਨੇ ਟਾਈਮ 'ਚ ਬਣਿਆ ਸੀ? 2 ਸਾਲ 11 ਮਹੀਨੇ ਤੇ 18 ਦਿਨ। ਸੋ ਇੰਨਾ ਸਮਾਂ ਲਾ ਕੇ ਅਸੀਂ ਇੱਕ ਡਾਕੂਮੈਂਟ ਬਣਾਇਆ। ਓਬਵੀਅਸ ਹੈ ਕਿ ਉਹ ਬਹੁਤ ਲੈਂਥੀ ਹੋਏਗਾ, ਬਹੁਤ ਐਕਸਪਲੈਨੇਟਰੀ ਹੋਏਗਾ। ਸੋ ਪਹਿਲਾ ਫੀਚਰ ਇਹਦਾ ਹੈਗਾ ਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ, ਸਾਡਾ ਸੰਵਿਧਾਨ ਆ, ਇਜ਼ ਵਨ ਆਫ ਦਾ ਲੈਂਥੀਐਸਟ ਕਨਸਟੀਟਿਊਸ਼ਨ ਆਫ ਐਨੀ ਕੰਟਰੀ। ਕਿਸੇ ਵੀ ਦੇਸ਼ ਦਾ ਸਭ ਤੋਂ ਲੰਬਾ, ਸਭ ਤੋਂ ਬਲਕੀ, ਜਿਹਦੇ 'ਚ ਬਹੁਤ ਕੁਝ ਡਿਫਾਈਨ ਕੀਤਾ ਗਿਆ, ਉਹ ਸਾਡਾ ਸੰਵਿਧਾਨ ਆ। ਇਹਦਾ ਫੀਚਰ ਹੈ ਲੈਂਥੀ ਕਨਸਟੀਟਿਊਸ਼ਨ, ਲੰਬਾ ਸੰਵਿਧਾਨ। ਔਰ ਲੰਬਾਈ ਤੁਹਾਨੂੰ ਪਤਾ ਲੱਗ ਹੀ ਰਹੀ ਹੈ, 395 ਆਰਟੀਕਲ ਸੀ ਉਦੋਂ, ਹੁਣ 470 ਹੋ ਗਏ ਨੇ, ਜਾਂ ਡੇ ਬਾਈ ਡੇ ਇਹ ਇਨਕਰੀਜ਼ ਹੋ ਰਹੇ ਨੇ। ਇੱਕ ਇੰਟਰਸਟਿੰਗ ਗੱਲ ਹੋਰ ਦੱਸ ਦਿੰਦਾ ਕਿ ਜਿਹੜੇ ਸੰਵਿਧਾਨ ਦੇ ਵਿੱਚ ਲਿਖੇ ਹੋਏ ਆਰਟੀਕਲ, ਉਹਨਾਂ ਦਾ ਨੰਬਰ 395 ਹੀ ਰਹੇਗਾ, 1 ਤੋਂ ਲੈ ਕੇ 395। ਭਾਵੇਂ ਇਹ 470 ਹੋ ਗਏ, ਪਰ ਜੇ ਮੈਂ 21 ਆਰਟੀਕਲ ਦੇ ਵਿੱਚ ਕੁਝ ਨਵਾਂ ਐਡ ਕਰਨਾ, ਕੋਈ ਨਵਾਂ ਆਰਟੀਕਲ, ਤਾਂ ਮੈਂ ਉਹਨੂੰ 21A ਲਿਖਾਂਗਾ, ਠੀਕ ਹੈ। ਗਿਣਤੀ ਜਿਹੜੀ ਉਹ ਸੀਰੀਅਲ ਨੰਬਰ ਚੱਲਿਆ ਆ ਰਿਹਾ ਉਹ 395 ਰਹੇਗਾ, ਬਟ ਮੈਂ ਐਡੀਸ਼ਨਸ ਕਰ ਕਰਕੇ ਜੇ ਟੋਟਲ ਕਾਊਂਟ ਦੇਖਾਂ ਤਾਂ ਉਹ 470 ਹੋ ਚੁੱਕੀ ਹੈ। ਇਹ ਪਿਛਲੇ ਸਾਲ ਦਾ ਡਾਟਾ। ਕਾਹਦੇ ਤੇ ਜੀ? ਉਹ ਆਪਾਂ ਨੂੰ ਪੁੱਛ ਸਕਦੇ ਆ ਕਿ ਓਰੀਜਨਲੀ ਪਹਿਲਾਂ ਜਦੋਂ ਸੰਵਿਧਾਨ ਅਸੀਂ ਲਾਗੂ ਕੀਤਾ ਉਦੋਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿੰਨੇ ਆਰਟੀਕਲ ਸੀ, ਤਾਂ ਉਹ 395 ਨੇ। 470 ਇਜ਼ ਨਾਟ ਅ ਫਿਕਸ ਨੰਬਰ, ਸੋ ਇਹ ਚੇਂਜ ਹੁੰਦਾ ਰਹਿੰਦਾ, ਇਹਦੇ ਤੇ ਕਦੇ ਕੁਐਸਚਨ ਨਹੀਂ ਬਣੇਗਾ, ਠੀਕ ਹੈ। ਸ਼ਡਿਊਲ ਤੇ ਬਣ ਸਕਦਾ ਕਿ ਹੁਣ ਸ਼ਡਿਊਲ ਸਾਡੇ ਕਿੰਨੇ ਨੇ? 12 ਨੇ। ਪਹਿਲਾਂ ਕਿੰਨੇ ਸੀ? ਉਦੋਂ 8 ਸੀਗੇ, ਠੀਕ ਹੈ। ਹਾਂਜੀ, ਬੇਸਿਕਲੀ ਕੀ ਹੈ ਕਿ ਅਸੀਂ ਜੇ ਉਹਨੂੰ 21 ਡਿਫਾਈਨ ਕਰਾਂਗੇ ਤਾਂ ਉਹਦੀਆਂ ਗਾ ਸਬ ਪਾਰਟ ਵੀ ਬਣਾਉਣੇ ਨੇ ਨਾ, ਪ੍ਰੋਵੀਜ਼ਨਸ। ਸੋ ਉਹਦੇ ਤੋਂ ਬੈਟਰ ਹੁੰਦਾ ਕਿ ਅਸੀਂ ਐਲਫਾਬੈਟਿਕਲੀ ਉਹਨੂੰ ਡਿਫਾਈਨ ਕਰਤਾ ਵੀ 21 ਹੈ, 21 ਦੇ ਨਾਲ 21A ਬਣ ਗਿਆ, 21B ਬਣ ਗਿਆ, 21C ਬਣ ਗਿਆ, ਤਾਂ ਉਹ 3 ਆਰਟੀਕਲ ਉਹਦੇ 'ਚ ਨਵੇਂ ਐਡ ਹੋ ਗਏ, ਠੀਕ ਹੈ। ਸੋ ਇੰਨਾ ਲੰਮਾ ਕਨਸਟੀਟਿਊਸ਼ਨ ਸਾਨੂੰ ਬਣਾਉਣ ਦੀ ਕਿਉਂ ਲੋੜ ਪਈ ਬਾਈ? ਕਿਉਂ ਬਣਾਇਆ ਸੀ ਇੰਨਾ ਵੱਡਾ ਕਨਸਟੀਟਿਊਸ਼ਨ? ਹਾਂਜੀ ਹਾਂਜੀ, ਉਦੋਂ ਤਾਂ ਥੋੜੀ ਸੀਗੀ। ਇੰਡੀਪੈਂਡੈਂਟਲੀ ਉਹ ਚਾਹੁੰਦੇ ਸੀਗੇ ਕਿ ਜਿਹੜਾ ਇੰਡੀਆ ਹੈਗਾ ਉਹਨੂੰ ਕੋਈ ਇੰਡੀਪੈਂਡੈਂਟਲੀ ਚਲਾਵੇ, ਕਿਸੇ ਮਤਲਬ ਐਕਸਟਰਨਲ ਪਾਵਰ ਦੇ। ਕਿਉਂਕਿ ਸਾਡਾ, ਠੀਕ ਇਹਨਾਂ ਨੇ ਬੋਲਿਆ, ਸਾਡਾ ਜਿਹੜਾ ਦੇਸ਼ ਹੈ ਉਹਦਾ ਜੀਓਗ੍ਰਾਫੀਕਲ ਏਰੀਆ ਬਹੁਤ ਜ਼ਿਆਦਾ ਸੀਗਾ, ਬਹੁਤ ਵੱਡਾ ਦੇਸ਼ ਸੀਗਾ, ਔਰ ਸਾਡੇ ਜੀਓਗ੍ਰਾਫੀਕਲ ਏਰੀਆ ਹੋਣ ਦੇ ਨਾਲ ਨਾਲ ਡਾਇਵਰਸਿਟੀ ਬਹੁਤ ਜ਼ਿਆਦਾ ਸੀਗੀ, ਬਹੁਤ ਹੀ ਕਮਿਊਨਿਟੀਜ਼ ਦੇ ਲੋਕ ਅਸੀਂ ਇਕੱਠੇ ਰਹਿ ਰਹੇ ਸੀਗੇ। ਸੋ ਹਰ ਕਮਿਊਨਿਟੀਜ਼ ਦੇ ਇੰਟਰਸਟ ਨੂੰ ਕੇਟਰ ਕਰਨ ਦੇ ਲਈ, ਮੇਰੇ ਇੰਟਰਸਟ ਕੁਝ ਹੋਰ ਹੈ, ਕਿਸੇ ਹੋਰ ਦੇ ਇੰਟਰਸਟ ਕੁਝ ਹੋਰ ਹੈ, ਤਾਂ ਕਿ ਸਭ ਦੇ ਇੰਟਰਸਟ ਹੀ ਕੇਟਰ ਹੋ ਸਕਣ, ਉਹਦੇ ਲਈ ਸਾਨੂੰ ਕਨਸਟੀਟਿਊਸ਼ਨ ਸਾਡਾ ਲੰਬਾ ਕਰਨਾ ਪਿਆ। ਔਰ ਇੱਕ ਇਹਦੇ ਪਿੱਛੇ ਹਿਸਟੋਰੀਕਲ ਰੀਜ਼ਨ ਵੀ ਹੈਗਾ, ਉਹ ਇਹ ਹੈ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਸੀ, ਸਾਡੀਆਂ ਬਹੁਤੀਆਂ ਪ੍ਰੋਵੀਜ਼ਨਸ ਸਾਡੇ ਸੰਵਿਧਾਨ ਦੀਆਂ ਉਹ 1935 ਵਾਲੇ ਐਕਟ ਤੋਂ ਲਈਆਂ ਗਈਆਂ ਕਿ ਸਾਡੀ ਗਵਰਨਮੈਂਟ ਕਿੱਦਾਂ ਦੀ ਹੋਏਗੀ, ਫੈਡਰਲ ਸਟਰਕਚਰ ਕੀ ਹੋਏਗਾ। ਉਹ ਐਕਟ ਆਪਣੇ ਆਪ ਵਿੱਚ ਬਹੁਤ ਵੱਡਾ ਸੀ। ਸੋ ਜਦੋਂ ਉਹਨੂੰ ਕਨਸਟੀਟਿਊਸ਼ਨ ਦੇ ਵਿੱਚ ਇਨਕੋਰਪੋਰੇਟ ਕੀਤਾ, ਇਹਦੀਆਂ ਪ੍ਰੋਵੀਜ਼ਨਸ ਦਾ ਲੈਂਥ ਆਫ ਪ੍ਰੋਵੀਜ਼ਨ ਆਫ ਦਾ ਕਨਸਟੀਟਿਊਸ਼ਨ ਹੈਜ਼ ਐਕਸਟੈਂਡਡ, ਉਹ ਵੱਧ ਗਈ, ਠੀਕ ਹੈ। ਸੋ ਇਹ ਤੋਂ ਇਲਾਵਾ ਇੱਕ ਹੋਰ ਰੀਜ਼ਨ ਤੁਸੀਂ ਦੇ ਸਕਦੇ ਹੋ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਲੰਬਾ ਕਿਉਂ ਹੈ, ਕਿਉਂਕਿ ਸਾਡੇ ਸਟੇਟ ਔਰ ਸਾਡੇ ਕੰਟਰੀ
ਦੋਨਾਂ ਦਾ, ਯੂਨੀਅਨ ਤੇ ਸਟੇਟ। ਯੂਨੀਅਨ ਆਪਾਂ ਕਹਿ ਦਿੰਦੇ ਆ ਸੈਂਟਰ ਨੂੰ, ਸਟੇਟ ਕਹਿ ਦਿੰਦੇ ਆ ਸਟੇਟ ਗਵਰਨਮੈਂਟ ਨੂੰ। ਦੋਵਾਂ ਦਾ ਇੱਕੋ ਹੀ ਕਨਸਟੀਟਿਊਸ਼ਨ ਹੈ। ਬਹੁਤੀਆਂ ਕੰਟਰੀਜ਼ ਐਸੀਆਂ ਨੇ, ਜੇ ਮੈਂ ਐਗਜ਼ਾਮਪਲ ਦੇਵਾਂ ਅਮਰੀਕਾ ਦੀ, ਤਾਂ ਉੱਥੇ ਸਟੇਟ ਦਾ ਆਪਦਾ ਕਨਸਟੀਟਿਊਸ਼ਨ ਹੁੰਦਾ ਹੈ ਤੇ ਸੈਂਟਰ ਦਾ ਆਪਦਾ ਕਨਸਟੀਟਿਊਸ਼ਨ ਹੁੰਦਾ। ਉੱਥੇ ਫੈਡਰਲ ਕਨਸਟੀਟਿਊਸ਼ਨ ਕਹਿ ਦਿੰਦੇ ਨੇ, ਸਟੇਟ ਦਾ ਕਨਸਟੀਟਿਊਸ਼ਨ ਕਹਿ ਦਿੰਦੇ ਨੇ। ਸਾਡੇ ਸਟੇਟ ਦਾ ਤੇ ਸੈਂਟਰ ਦਾ ਇੱਕ ਹੀ ਕਨਸਟੀਟਿਊਸ਼ਨ ਹੈ, ਔਰ ਉਹਦੇ ਨਾਲ ਕੀ ਹੋਇਆ ਕਿ ਇਹ ਥੋੜਾ ਬਲਕੀ ਹੋ ਗਿਆ, ਠੀਕ ਹੈ ਜੀ। ਔਰ ਇੱਕ ਆਪਾਂ ਜੇ ਵੈਸੇ ਇੱਕ ਹੋਰ ਰੀਜ਼ਨ ਇਹਦੇ 'ਚ ਐਡ ਕਰਨਾ ਹੋਵੇ, ਉਹ ਤੁਹਾਡੇ ਲਈ ਇੰਪੋਰਟੈਂਟ ਨਹੀਂ, ਪਰ ਫਿਰ ਵੀ ਦੱਸ ਦਿੰਦਾ ਨੌਲੇਜ ਲਈ, ਕਿਉਂਕਿ ਸਾਡੀ ਜਿਹੜੀ ਕੌਂਸਟੀਟਿਊਐਂਟ ਅਸੈਂਬਲੀ ਬਣੀ ਸੀ, ਜਿਹੜੀ ਸੰਵਿਧਾਨਿਕ ਅਸੈਂਬਲੀ ਬਣੀ ਸੀ, ਉਹਦੇ ਵਿੱਚ ਜ਼ਿਆਦਾ ਬੰਦੇ ਉਹ ਐਡਵੋਕੇਟ ਸੀਗੇ, ਵਕੀਲ ਸੀ। ਜਿੱਥੇ ਵਕੀਲ ਹੋਣ ਤੇ ਫਿਰ ਥੋੜਾ ਕੰਮ ਲੰਮਾ ਹੋ ਜਾਂਦਾ, ਕਿਉਂਕਿ ਉਹਨਾਂ ਕੋਲ ਦਲੀਲਾਂ ਬਹੁਤ ਹੁੰਦੀਆਂ ਦੇਣ ਨੂੰ। ਇਹ ਵੀ ਇੱਕ ਰੀਜ਼ਨ ਰਿਹਾ ਸਾਡੇ ਕੌਂਸਟੀਟਿਊਸ਼ਨ ਨੂੰ ਲੰਬਾ ਕਰਨ ਦਾ। ਸੋ ਸੈਕਿੰਡ ਹੈ ਕਿ ਇਹ ਕਨਸਟੀਟਿਊਸ਼ਨ ਹੈ ਜਿਹੜਾ ਇੰਡੀਆ ਦਾ, ਪਹਿਲਾ ਹੋ ਗਿਆ ਲੈਂਥੀ ਕਨਸਟੀਟਿਊਸ਼ਨ। ਸੈਕਿੰਡ ਇਹਦਾ ਫੀਚਰ ਹੈ ਕਿ ਅਸੀਂ ਡਰਾ ਕੀਤਾ ਬਹੁਤ ਕੁਝ ਬਹੁਤ ਸਾਰੀਆਂ ਕੰਟਰੀਜ਼ ਤੋਂ। ਕੋਈ ਅਸੀਂ ਫੰਡਾਮੈਂਟਲ ਰਾਈਟਸ ਦੀ ਪ੍ਰੋਵੀਜ਼ਨ ਕਿਸੇ ਕੰਟਰੀ ਨੂੰ ਦੇਖ ਕੇ ਬਣਾਈ ਆ, ਫੰਡਾਮੈਂਟਲ ਡਿਊਟੀਜ਼ ਕਿਸੇ ਕੰਟਰੀ ਨੂੰ ਦੇਖ ਕੇ ਬਣਾਈਆਂ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਕਿਸੇ ਕੰਟਰੀ ਤੋਂ ਲਈਆਂ। ਸੋ ਅਸੀਂ ਬਹੁਤ ਸਾਰੀ ਕੰਟਰੀਜ਼ ਦਾ ਪਹਿਲਾਂ ਕਨਸਟੀਟਿਊਸ਼ਨ ਸਟੱਡੀ ਕੀਤਾ, ਔਰ ਉੱਥੋਂ ਦੇਖਿਆ ਕਿ ਕਿਹੜੀ ਕਿਹੜੀ ਚੰਗੀ ਚੀਜ਼ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਬੈਸਟ ਸੂਟਡ, ਕਿਹੜੀ ਚੀਜ਼ ਸਾਡੀ ਕਮਿਊਨਿਟੀ ਨੂੰ, ਸਾਡੀ ਗਵਰਨਮੈਂਟ ਦੇ ਲਈ ਬੈਸਟ ਹੈ। ਅਸੀਂ ਉਹ ਸਾਰੀਆਂ ਚੀਜ਼ਾਂ ਬੋਰੋ ਕੀਤੀਆਂ ਅਲੱਗ-ਅਲੱਗ ਕੰਟਰੀਜ਼ ਤੋਂ, ਠੀਕ ਹੈ ਜੀ। ਸੈਕਿੰਡ ਫੀਚਰ ਇਹਦੇ ਹੈ ਕਿ ਬੋਰੋਡ ਸਾਡੇ ਕੋਲ ਬਹੁਤ ਸਾਰੇ ਰਿਸੋਰਸ ਨੇ। ਤੀਸਰਾ ਹੈਗਾ ਰਿਜਿਡਿਟੀ ਤੇ ਫਲੈਕਸੀਬਿਲਿਟੀ। ਰਿਜਿਡਿਟੀ ਹੁੰਦੀ ਹੈ ਕਿ ਕੋਈ ਚੀਜ਼ ਬਹੁਤ ਠੋਸ ਹੋਣੀ, ਫਲੈਕਸੀਬਿਲਿਟੀ ਹੁੰਦੀ ਹੈ ਕਿ ਕੋਈ ਚੀਜ਼ ਮੂਵੇਬਲ ਹੋਣੀ, ਉਹਨੂੰ ਜਿਵੇਂ ਮਰਜ਼ੀ ਮੋਲਡ ਕੀਤਾ ਜਾ ਸਕੇ। ਸੋ ਸਾਡਾ ਕਨਸਟੀਟਿਊਸ਼ਨ ਦੋਵਾਂ ਦਾ ਬਲੈਂਡ ਆ, ਮਿਕਸ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਇਹਨੂੰ ਕੁਛ ਇਹਦੀਆਂ ਪ੍ਰੋਵੀਜ਼ਨਸ ਨੇ ਜਿਹੜੀਆਂ ਕਿ ਸਿੰਪਲ ਮੈਜੋਰਿਟੀ ਦੇ ਨਾਲ ਹੀ ਅਮੈਂਡ ਕੀਤੀਆਂ ਜਾ ਸਕਦੀਆਂ। ਕਨਸਟੀਟਿਊਸ਼ਨ ਨੂੰ ਅਮੈਂਡ ਕਰਨ ਦੀ ਪਾਵਰ ਕਿਹਦੇ ਕੋਲ? ਕਨਸਟੀਟਿਊਸ਼ਨ ਦੇ ਵਿੱਚ ਜੇਕਰ ਕੋਈ ਸੋਧ ਕਰਨੀ ਆ, ਯੈਸ, ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕਨਸਟੀਟਿਊਸ਼ਨ ਨੂੰ ਅਮੈਂਡ ਕਰਨ ਦੀ ਪਾਵਰ ਕਿਹਦੇ ਕੋਲ ਆ। ਉਹਦੇ 'ਚ ਲਿਖ ਦੇਣਗੇ ਪ੍ਰੈਜ਼ੀਡੈਂਟ, ਪਾਰਲੀਮੈਂਟ, ਸਟੇਟ ਗਵਰਨਮੈਂਟ ਔਰ ਨਨ ਆਫ ਦਾ ਅਬਵ। ਤਾਂ ਤੁਸੀਂ ਪਾਰਲੀਮੈਂਟ ਆ ਜਿਹੜਾ ਉੱਥੇ ਟਿਕ ਕਰਨਾ, ਠੀਕ ਹੈ। ਪਾਰਲੀਮੈਂਟ ਨੂੰ ਕਿਉਂ ਦਿੱਤੀ ਗਈ ਪਾਵਰ? ਹਾਂਜੀ, ਕਨਸਟੀਟਿਊਸ਼ਨ ਨੂੰ ਅਮੈਂਡ ਕਰਨ ਦੀ ਪਾਵਰ ਪਾਰਲੀਮੈਂਟ ਕੋਲ। ਖੜੇ ਹੋ ਕੇ ਦੱਸੋਗੇ ਪਲੀਜ਼। ਹਾਂਜੀ, ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇ ਕੋਈ ਰੂਲ ਬਣਾਉਂਦੇ ਆਪਣੇ ਵਾਸਤੇ, ਉਹ ਆਪਣੇ ਮੁੱਦਿਆਂ ਤੇ ਉਹ ਗੱਲਬਾਤ ਕਰਦੇ ਜਾ ਕੇ ਪਾਰਲੀਮੈਂਟ ਦੇ ਵਿੱਚ। ਇੱਕ ਉਹਨਾਂ ਦਾ ਮੇਨ ਹੈਡ ਹੁੰਦਾ ਉਹਨਾਂ ਦੇ। ਨਹੀਂ, ਦੁਬਾਰਾ ਪਲੀਜ਼ ਮੇਰਾ ਧਿਆਨ ਨਹੀਂ ਦੱਸਿਓ। ਪਾਰਲੀਮੈਂਟ ਇੱਕ ਐਸਾ ਸਾਡਾ ਸਦਨ ਹੈ ਜਾਂ ਹਾਊਸ ਹੈ ਜਿਹਦੇ ਵਿੱਚ ਦੋ ਹਾਊਸਸ ਬੈਠਦੇ ਨੇ, ਲੋਕ ਸਭਾ, ਰਾਜ ਸਭਾ। ਜਿਹੜਾ ਲੋਕ ਸਭਾ ਇਹਨੂੰ ਲੋਅਰ ਹਾਊਸ ਆਫ ਦਾ ਪਾਰਲੀਮੈਂਟ ਕਿਹਾ ਜਾਂਦਾ, ਹੇਠਲਾ ਸਦਨ। ਇਹਦੇ ਵਿੱਚ ਕੌਣ ਜਾਂਦੇ ਨੇ, ਕੌਣ ਬੈਠਦਾ ਅੰਦਰ? ਐਮਪੀਜ਼, ਮੈਂਬਰ ਆਫ ਪਾਰਲੀਮੈਂਟ। ਔਰ ਕਿਹੜੇ ਐਮਪੀ ਹੁੰਦੇ ਨੇ? ਉਹ ਚੁਣੇ ਹੋਏ, ਜਿਨ੍ਹਾਂ ਨੂੰ ਅਸੀਂ ਇਲੈਕਟ ਕਰਕੇ ਭੇਜਦੇ ਆ। ਪੰਜਾਬ ਦੇ ਵਿੱਚ ਕਿੰਨੇ ਐਮਪੀਜ਼ ਆ? 13 ਜੇ ਮੈਂ ਗੱਲ ਕਰਾਂ ਲੋਕ ਸਭਾ ਦੀ। ਰਾਜ ਸਭਾ ਦੇ ਕਿੰਨੇ ਆ? ਲਿਖ ਲਓ, ਕਾਂਸਟੇਬਲ ਦੇ ਕੁਐਸਚਨ ਪੁੱਛਿਆ ਜਾ ਸਕਦਾ। ਪੰਜਾਬ ਦੇ ਵਿੱਚ ਲੋਕ ਸਭਾ ਦੇ ਟੋਟਲ ਐਮਪੀਜ਼ ਨੇ 13 ਔਰ ਰਾਜ ਸਭਾ ਦੇ ਨੇ 7। ਜੇ ਤਾਂ ਤੁਹਾਨੂੰ ਪੁੱਛੇ ਕਿ ਲੋਕ ਸਭਾ ਦੇ ਵਿੱਚ ਪੰਜਾਬ ਵਿੱਚੋਂ ਕਿੰਨੇ ਐਮਪੀ ਚੁਣੇ ਜਾਂਦੇ ਨੇ ਤਾਂ 13 ਲਾਉਣਾ। ਜੇ ਰਾਜ ਸਭਾ 'ਚੋਂ ਪੁੱਛੇ ਤਾਂ 7 ਲਾਉਣਾ। ਔਰ ਜੇ ਕੋਈ ਮੇਰੇ ਵਰਗਾ ਐਗਜ਼ਾਮੀਨਰ ਹੋਇਆ ਉਹ ਪੁੱਛ ਲੇ ਕਿ ਟੋਟਲ ਐਮਪੀਜ਼ ਪੰਜਾਬ 'ਚੋਂ ਕਿੰਨੇ ਚੁਣੇ ਜਾਂਦੇ ਆ ਤਾਂ 20 ਲਾਉਣਾ, ਠੀਕ ਹੈ। ਟੋਟਲ ਐਮਪੀਜ਼ ਪੰਜਾਬ 'ਚੋਂ ਕਿੰਨੇ ਚੁਣੇ ਜਾਂਦੇ ਨੇ? 20। ਇਹ ਪੁੱਛਿਆ ਜਾ ਸਕਦਾ ਤੁਹਾਨੂੰ, ਇੰਪੋਰਟੈਂਟ ਕੁਐਸਚਨ ਆ।
ਗੱਲ ਚੱਲ ਰਹੀ ਸੀ ਕਿ ਪਾਰਲੀਮੈਂਟ ਨੂੰ ਹੀ ਪਾਵਰ ਕਿਉਂ ਦਿੱਤੀ ਅਮੈਂਡ ਕਰਨ ਦੀ, ਕਿਉਂਕਿ ਪਾਰਲੀਮੈਂਟ ਦੇ ਵਿੱਚ ਸਾਡੇ ਦੁਆਰਾ ਚੁਣੇ ਹੋਏ ਐਮਪੀਜ਼ ਨਾਟ ਓਨਲੀ ਫਰੋਮ ਪੰਜਾਬ, ਜੇ ਅਸੀਂ ਅਸੈਂਬਲੀ ਨੂੰ ਦੇਤੀ ਤਾਂ ਉੱਥੇ ਤਾਂ ਸਾਡੇ ਪੰਜਾਬ ਦੇ ਹੀ ਐਮਐਲਏ ਚੁਣੇ ਹੋਏ ਉੱਥੇ ਬੈਠੇ ਆ, ਉਹ ਬਿਹਾਰ ਦੇ ਬੰਦਿਆਂ ਦੇ ਲਈ ਰੂਲ ਕਿਵੇਂ ਅਮੈਂਡ ਕਰਨਗੇ। ਸੋ ਪਾਰਲੀਮੈਂਟ ਦੇ ਵਿੱਚ ਪੂਰੇ ਇੰਡੀਆ ਤੋਂ ਐਮਪੀਜ਼ ਚੁਣ ਕੇ ਆਉਂਦੇ ਨੇ, ਉਹ ਸਾਡੇ ਚੁਣੇ ਹੁੰਦੇ ਨੇ, ਅਸੀਂ ਉਹਨਾਂ ਨੂੰ ਅਧਿਕਾਰ ਦੇ ਕੇ ਭੇਜਦੇ ਆ ਵੀ ਭਾਈ ਸਾਹਿਬ ਸਾਡੀ ਗੱਲ ਤੁਸੀਂ ਕਰਨੀ ਹੈ ਜਾ ਕੇ ਉੱਥੇ। ਜੇ ਸਾਡਾ ਚੰਗਾ ਸੋਚਣਾ ਮਾੜਾ ਸੋਚਣਾ ਸਭ ਕੁਝ ਤੁਹਾਡੇ ਹੱਥਾਂ 'ਚ ਹੈ। ਤਾਂ ਕਰਕੇ ਪਾਰਲੀਮੈਂਟ ਨੂੰ ਪਾਵਰ ਦਿੱਤੀ ਗਈ ਹੈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਇੰਡੀਆ ਦੇ ਸਾਰੇ ਸਟੇਟਸ ਸਾਰੀਆਂ ਯੂਟੀਜ਼ ਦੇ ਐਮਪੀ ਉੱਥੇ ਬੈਠਦੇ ਨੇ। ਕਿਸੇ ਵੀ ਰੀਜ਼ਨ ਦਾ ਕੋਈ ਬੰਦਾ ਇਹ ਨਹੀਂ ਹੈ ਕਿ ਨਹੀਂ ਉੱਥੇ ਬੈਠਦਾ, ਹਰ ਇੱਕ ਨੂੰ ਪ੍ਰੋਪਰ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਆ। ਇਸੇ ਕਰਕੇ ਪਾਰਲੀਮੈਂਟ ਕੋਲ ਕਨਸਟੀਟਿਊਸ਼ਨ ਨੂੰ ਅਮੈਂਡ ਕਰਨ ਦੀ ਪਾਵਰ ਆ। ਸੋ ਕੁਝ ਕੁ ਪ੍ਰੋਵੀਜ਼ਨਸ ਕਨਸਟੀਟਿਊਸ਼ਨ ਦੀਆਂ ਜਿਹੜੀਆਂ ਸਿੰਪਲ ਮੈਜੋਰਟੀ ਨਾਲ ਅਮੈਂਡ ਕੀਤੀਆਂ ਜਾ ਸਕਦੀਆਂ, ਸੋਧੀਆਂ ਜਾ ਸਕਦੀਆਂ। ਸਿੰਪਲ ਮੈਜੋਰਟੀ ਕੀ ਹੁੰਦੀ ਹੈ, ਕੋਈ ਬੱਚਾ ਦੱਸ ਸਕਦਾ? ਸਿੰਪਲ ਮੈਜੋਰਟੀ ਆਫ ਪਾਰਲੀਮੈਂਟ ਜਿਸ ਮਤਲਬ ਉਹਦੇ ਚ ਥੋੜੇ ਲੋਕ ਵੀ ਉਸ ਹੱਕ ਚ ਹਾਮੀ ਭਰਦੇ ਨੇ, ਹਾਂ ਕਰਦੇ ਜੀ। ਨੇ, ਜ਼ਿਆਦਾ ਮਤਲਬ ਨਾ ਕਰਨ ਮੈਜੋਰਿਟੀ ਕੀ ਹੁੰਦੀ ਹੈ? ਮੈਜੋਰਿਟੀ ਜਦੋਂ ਜ਼ਿਆਦਾ ਚੀਜ਼ਾਂ ਨੂੰ ਸਾਰਾ ਇੱਕ ਪੋਜ਼ਿਟਿਵ ਜੇ ਮੈਂ ਕਹਾਂ ਕਿ 100 ਬੰਦਾ ਬੈਠਾ ਇਸ ਕਲਾਸ 'ਚ ਤੇ ਇਸ ਕਲਾਸ ਦੀ ਮੈਜੋਰਿਟੀ ਕਿੰਨੇ ਤੇ ਬਣੂਗੀ? ਜਦੋਂ ਤੁਸੀਂ ਇੱਕ ਪਾਸੇ 51 ਹੋ ਗਏ ਇੱਕ ਪਾਸੇ 49 ਹੋ ਗਏ ਤਾਂ 51 ਵਾਲਾ ਬੰਦਾ ਮੇਜਰ ਹੋ ਗਿਆ। 50-50 ਦੇ ਤੁਹਾਡੀ ਇਕੁਐਲਿਟੀ ਆ ਨਾ, 51 ਇਜ਼ ਮੈਜੋਰਿਟੀ, ਠੀਕ ਹੈ। ਹਾਂਜੀ, ਸਿੰਪਲ ਮੈਜੋਰਿਟੀ ਹੁੰਦੀ ਆ ਕਿ ਤੁਹਾਡੀ ਕਲਾਸ ਤਾਂ ਹੈਗੀ ਆ 150 ਬੰਦੇ ਦੀ, ਪਰ ਤੁਸੀਂ ਅੱਜ ਪ੍ਰੈਜ਼ੈਂਟ ਹੋਏ 50 ਬੰਦੇ, ਠੀਕ ਹੈ। 50 ਦੇ ਵਿੱਚੋਂ ਜੇਕਰ 26 ਨੇ ਹੀ ਕਹਿਤਾ ਕਿ ਆਹ ਬਿੱਲ ਪਾਸ ਹੋ ਜੇ ਜੀ, ਤਾਂ ਉਹ ਪਾਸ ਹੋਇਆ ਗਿਣਿਆ ਜਾਂਦਾ। ਇਹ ਨਹੀਂ ਦੇਖਿਆ ਜਾਂਦਾ ਕਿ 150 ਦੇ ਵਿੱਚੋਂ 76 ਬੰਦੇ ਚਾਹੀਦੇ ਸੀਗੇ ਸਾਨੂੰ। ਜਿੰਨੇ ਬੰਦੇ ਪ੍ਰੈਜ਼ੈਂਟ ਹੈ ਉਹ ਪ੍ਰੈਜ਼ੈਂਟ ਦੇ ਵਿੱਚੋਂ ਅਗਰ 50% ਤੋਂ ਇੱਕ ਵੱਧ ਹੋਏਗਾ ਔਰ ਉਹਨਾਂ ਨੇ ਕਹਿਤਾ ਕਿ ਬਿੱਲ ਪਾਸ ਹੋ ਜੇ, ਟੋਟਲ ਹਾਊਸ ਦੀ ਪ੍ਰੈਜ਼ੈਂਸ ਨਹੀਂ, ਟੋਟਲ ਹਾਊਸ ਦੀ ਜਿਹੜੀ ਹੈਗੀ ਹੈ ਕਪੈਸਿਟੀ ਨਹੀਂ ਦੇਖੀ ਜਾਂਦੀ ਕਿ ਸਾਨੂੰ 76 ਬੰਦੇ ਚਾਹੀਦੇ ਨੇ। ਜਿੰਨੇ ਪ੍ਰੈਜ਼ੈਂਟ ਆ ਉਹਦੇ ਵਿੱਚੋਂ ਅੱਧ ਤੋਂ ਜੇਕਰ ਵੱਧ ਕਹਿ ਦਿੰਦੇ ਨੇ ਕਿ ਬਿੱਲ ਪਾਸ ਹੋ ਜਾਏ ਤਾਂ ਦੈਟ ਬਿੱਲ ਇਜ਼ ਡੀਮਡ ਟੂ ਬੀ ਪਾਸਡ ਬਾਏ ਆ ਸਿੰਪਲ ਮੈਜੋਰਿਟੀ। ਉਹ ਬਿੱਲ ਸਧਾਰਨ ਮੈਜੋਰਿਟੀ ਨਾਲ ਪਾਸ ਹੋਇਆ ਗਿਣਿਆ ਜਾਂਦਾ, ਠੀਕ ਹੈ ਜੀ। ਇਹ ਹੈਗਾ ਸਾਡੇ ਕਨਸਟੀਟਿਊਸ਼ਨ ਦਾ ਫੀਚਰ ਜਿਹੜਾ ਇਹਨੂੰ ਫਲੈਕਸੀਬਲ ਬਣਾਉਂਦਾ ਕਿ ਭਾਈ ਜਿੰਨੇ ਕੁ ਵੀ ਬੈਠੇ ਆ ਉਹਨਾਂ ਨੇ ਕਿਹਾ ਬਿੱਲ ਪਾਸ ਹੋਣਾ ਚਾਹੀਦਾ, ਪਾਸ ਹੋ ਗਿਆ। ਪਰ ਇਹ ਸਾਰੀਆਂ ਪ੍ਰੋਵੀਜ਼ਨਸ ਤੇ ਲਾਗੂ ਨਹੀਂ ਹੁੰਦਾ, ਕੁਝ ਕੁ ਪ੍ਰੋਵੀਜ਼ਨਸ ਆ ਜਿਹੜੀਆਂ ਲਿਖੀਆਂ ਗਈਆਂ। ਉਹ ਤੋਂ ਬਾਅਦ ਗੱਲ ਆਉਂਦੀ ਹੈ ਇੱਥੇ ਅਮੈਂਡ ਕਰਨ ਦੀ, ਆਰਟੀਕਲ 368 ਲਿਖ ਲਓ। ਇੰਡੀਅਨ ਕਨਸਟੀਟਿਊਸ਼ਨ ਨੂੰ ਆਰਟੀਕਲ 368 ਦੇ ਨਾਲ ਅਮੈਂਡ ਕੀਤਾ ਜਾ ਸਕਦਾ, ਸੋਧਿਆ ਜਾ ਸਕਦਾ। ਆਰਟੀਕਲ 368 of Indian Constitution deals with the amendment procedure to Constitution। ਸੰਵਿਧਾਨ ਦਾ ਆਰਟੀਕਲ 368 ਸੰਵਿਧਾਨ ਦੇ ਵਿੱਚ ਸੋਧ ਕਰਨ ਨੂੰ ਡੀਲ ਕਰਦਾ ਕਿ ਸਾਡੇ ਕਨਸਟੀਟਿਊਸ਼ਨ ਨੂੰ ਕਿਵੇਂ ਸੋਧਿਆ ਜਾ ਸਕਦਾ। ਸੋ ਸਾਨੂੰ ਆਰਟੀਕਲ 68 ਦੇ ਵਿੱਚ ਹੀ ਇੱਕ ਪ੍ਰੋਵੀਜ਼ਨ ਮਿਲਦੀ ਹੈ ਕਿ ਭਾਈ ਤੁਸੀਂ ਸੰਵਿਧਾਨ ਦੇ ਕਿਸੇ ਵੀ ਪਾਰਟ ਨੂੰ ਅਮੈਂਡ ਕਰ ਸਕਦੇ ਹੋ, ਸੋਧ ਕਰ ਸਕਦੇ ਹੋ। ਇਹ ਕੌਣ ਦੱਸਦਾ ਸਾਨੂੰ? ਆਰਟੀਕਲ 368 368, ਠੀਕ ਹੈ। ਔਰ ਇਹ ਪਾਵਰ ਕਿਹਦੇ ਕੋਲ ਅਮੈਂਡ ਕਰਨ ਦੀ? ਪਾਰਲੀਮੈਂਟ ਹੈਜ਼ ਪਾਵਰ ਟੂ ਅਮੈਂਡ ਐਨੀ ਪਾਰਟ ਆਫ ਕਨਸਟੀਟਿਊਸ਼ਨ, ਠੀਕ ਹੈ। ਇੱਥੇ ਆਰਟੀਕਲ 368 ਦੇ ਵਿੱਚ ਦੋ ਤਰੀਕੇ ਨਾਲ ਅਸੀਂ ਅਮੈਂਡਮੈਂਟ ਕਰ ਸਕਦੇ ਹਾਂ। ਜੇ ਤੁਹਾਨੂੰ ਕੋਈ ਪੁੱਛੇ ਵੀ ਆਰਟੀਕਲ 368 ਦੇ ਅੰਡਰ ਅਮੈਂਡਮੈਂਟ ਕਿੰਨੇ ਤਰੀਕਿਆਂ ਨਾਲ ਦਰਸਾਈ ਗਈ ਹੈ, ਕਿੰਨੇ ਵੇਜ਼ ਦੇ ਨਾਲ ਅਸੀਂ ਕਨਸਟੀਟਿਊਸ਼ਨ ਨੂੰ ਅਮੈਂਡ ਕਰ ਸਕਦੇ ਹਾਂ, ਤਾਂ ਉਹ ਦੋ ਤਰੀਕੇ ਆ। ਵੈਸੇ ਜੇ ਆਪਾਂ ਗੱਲ ਕਰੀਏ ਸਿੰਪਲ ਮੈਜੋਰਿਟੀ ਇਹਨਾਂ ਨੇ ਆਰਟੀਕਲ 368 ਤੋਂ ਪਾਸੇ ਰੱਖੀ ਹੈ, ਉਹਨੂੰ ਵਿੱਚ ਨਹੀਂ ਗਿਣਨਾ। ਉਹ ਤੋਂ ਇਲਾਵਾ ਸਾਡੇ ਕੋਲ 368 ਦੇ ਅੰਡਰ ਦੋ ਤਰੀਕੇ ਆ ਜਿਹਦੇ ਨਾਲ ਅਸੀਂ ਕਨਸਟੀਟਿਊਸ਼ਨ ਨੂੰ ਅਮੈਂਡ ਕਰ ਸਕਦੇ ਹਾਂ। ਸੋ ਪਹਿਲੀ ਹੈਗੀ ਆ ਕਿ ਜਦੋਂ ਹਾਊਸ ਪੂਰਾ ਬੈਠਾ ਹੋਇਆ, ਠੀਕ ਹੈ ਜੀ, ਹਾਊਸ ਦੇ ਵਿੱਚ ਜਿੰਨੇ ਮੈਂਬਰ ਪ੍ਰੈਜ਼ੈਂਟ
ਹਾਊਸ ਦੀ ਚਾਹੀਦੀ ਹੈ ਪਹਿਲਾਂ 2/3 ਮੈਜੋਰਿਟੀ। ਜੇ 150 ਬੰਦਾ ਤਾਂ ਉਹਦੇ ਚੋਂ 2/3 ਜਦੋਂ ਆਪਾਂ ਕਰਾਂਗੇ, ਠੀਕ ਹੈ, 100 ਬੰਦਾ ਸਾਨੂੰ ਪ੍ਰੈਜ਼ੈਂਟ ਚਾਹੀਦਾ ਹਾਊਸ ਦੇ ਵਿੱਚ, ਔਰ ਉਸ ਤੋਂ ਬਾਅਦ ਉਹਦੀ 2/3 ਮੈਜੋਰਿਟੀ ਚਾਹੀਦੀ ਹੈ। ਜਿੰਨਾ ਹਾਊਸ ਬੈਠਾ, ਸਪੋਜ਼ 100 ਬੰਦਾ ਇੱਥੇ ਬੈਠਾ, ਉਹਦੀ 2/3 ਮੈਜੋਰਿਟੀ ਜਦੋਂ ਉਸ ਬਿੱਲ ਨੂੰ ਪਾਸ ਕਰੂਗੀ ਤਾਂ ਉਹ ਬਿੱਲ ਪਾਸ ਮੰਨਿਆ ਜਾਊਗਾ। ਇਹਨੂੰ ਕਹਿੰਦੇ ਸਪੈਸ਼ਲ ਮੈਜੋਰਿਟੀ। 2/3 ਮੈਂਬਰਸ ਪ੍ਰੈਜ਼ੈਂਟ ਐਂਡ ਵੋਟਿੰਗ, ਕਿ 2/3 ਮੈਂਬਰ ਉਹਦੇ ਬੈਠੇ ਹੋਣ, ਉਹ ਉਸ ਬਿੱਲ ਦੇ ਹੱਕ ਵਿੱਚ ਫੇਵਰ ਕਰਨ, ਤਾਂ ਇਹ ਬਿੱਲ ਆ ਜਿਹੜਾ ਸਪੈਸ਼ਲ ਮੈਜੋਰਿਟੀ ਨਾਲ ਪਾਸ ਹੋਇਆ ਮੰਨਿਆ ਜਾਂਦਾ ਅੰਡਰ ਆਰਟੀਕਲ 368। ਪਹਿਲੀ ਪ੍ਰੋਵੀਜ਼ਨ ਇਹਦੀ। ਸੈਕੰਡ ਪ੍ਰੋਵੀਜ਼ਨ ਹੈ ਸਪੈਸ਼ਲ ਮੈਜੋਰਿਟੀ ਵਿਦ ਦਾ ਕੰਸੈਂਟ ਆਫ ਮੋਰ ਦੈਨ ਹਾਫ ਆਫ ਦਾ ਸਟੇਟਸ ਆਫ ਕੰਟਰੀ, ਕਿ ਸਪੈਸ਼ਲ ਮੈਜੋਰਿਟੀ ਤਾਂ ਸਾਨੂੰ ਚਾਹੀਦੀ ਹੈ, ਜਿਹੜੇ ਉੱਥੇ ਬੰਦੇ ਬੈਠੇ ਨੇ ਉਹਨਾਂ ਨੇ ਪਾਸ ਕਰਤਾ, ਪਰ ਉਸ ਤੋਂ ਬਾਅਦ ਅਸੀਂ ਉਸ ਬਿੱਲ ਨੂੰ ਸਾਰੇ ਸਟੇਟਾਂ ਕੋਲ ਭੇਜਾਂਗੇ ਅਸੈਂਬਲੀਆਂ ਦੇ ਵਿੱਚ, ਬਈ ਤੁਸੀਂ ਇਹਨੂੰ ਪਾਸ ਕਰੋ। ਲਾਈਕ GST ਜਿਵੇਂ ਪਾਸ ਹੋਇਆ ਸੀਗਾ, ਅਗਰ ਜਿੰਨੇ ਸਾਡੇ ਸਟੇਟ ਨੇ, ਠੀਕ ਹੈ ਜੀ, ਉਹਨਾਂ ਦੇ ਵਿੱਚੋਂ ਅੱਧੇ ਸਟੇਟ ਉਹਨੂੰ ਪਾਸ ਕਰ ਦਿੰਦੇ ਨੇ, ਪੰਜਾਬ ਨੇ ਪਾਸ ਕਰਤਾ, ਦਿੱਲੀ ਨੇ ਪਾਸ ਕਰਤਾ, ਹਰਿਆਣੇ ਨੇ ਪਾਸ ਕਰਤਾ, ਟੋਟਲ ਸਟੇਟਸ ਦੇ ਵਿੱਚੋਂ ਅੱਧੇ ਸਟੇਟਾਂ ਨੇ ਜੇਕਰ ਉਹ ਬਿੱਲ ਪਾਸ ਕਰ ਦਿੱਤਾ ਤਾਂ ਪਾਰਲੀਮੈਂਟ ਦੇ ਵਿੱਚ ਉਹ ਬਿੱਲ ਆ ਜਿਹੜਾ ਪਾਸ ਹੋਇਆ ਗਿਣਿਆ ਜਾਂਦਾ। ਇਹਨੂੰ ਕਹਿੰਦੇ ਨੇ ਸਪੈਸ਼ਲ ਮੈਜੋਰਿਟੀ ਵਿਦ ਦਾ ਕੰਸੈਂਟ ਆਫ ਮੋਰ ਦੈਨ ਹਾਫ ਆਫ ਸਟੇਟਸ, ਕਿ ਜਿਹੜੀ ਸਪੈਸ਼ਲ ਮੈਜੋਰਿਟੀ ਆ ਪਰ ਅੱਧੇ ਤੋਂ ਜ਼ਿਆਦਾ ਸਟੇਟਾਂ ਦੀ ਸਹਿਮਤੀ ਦੇ ਨਾਲ। ਇਹ ਦੂਜੀ ਪ੍ਰੋਵੀਜ਼ਨ ਹੈ ਆਰਟੀਕਲ 368 ਦੇ ਅੰਡਰ। ਪਹਿਲੀ ਪ੍ਰੋਵੀਜ਼ਨ ਹੈ ਸਪੈਸ਼ਲ ਮੈਜੋਰਿਟੀ, ਜਿਹਦੇ ਚ 2/3 ਪ੍ਰੈਜ਼ੈਂਸ ਚਾਹੀਦੀ ਹੈ, ਵੋਟਿੰਗ ਚਾਹੀਦੀ ਹੈ। ਸੈਕੰਡ ਹੈ ਸਪੈਸ਼ਲ ਮੈਜੋਰਿਟੀ ਵਿਦ ਦਾ ਕੰਸੈਂਟ ਆਫ ਸਟੇਟਸ, ਕਿ 2/3 ਮੈਜੋਰਿਟੀ ਤਾਂ ਚਾਹੀਦੀ ਹੈ, ਫਿਰ ਸਾਨੂੰ ਸਟੇਟਾਂ ਦੀ ਵੀ ਸਹਿਮਤੀ ਚਾਹੀਦੀ ਹੈ ਕਿਸੇ ਬਿੱਲ ਨੂੰ ਪਾਸ ਕਰਨ ਲਈ। ਇਹ ਹਰ ਇੱਕ ਤੇ ਲਾਗੂ ਨਹੀਂ ਹੁੰਦਾ। ਕੁਝ ਕੁ ਪ੍ਰੋਵੀਜ਼ਨ ਹੈ ਜਿਹੜੀਆਂ ਆਪਾਂ ਪਹਿਲਾਂ ਗੱਲ ਕੀਤੀ ਹੈ ਸਿੰਪਲ ਮੈਜੋਰਿਟੀ ਨਾਲ, ਕੁਝ ਕੁ ਸਪੈਸ਼ਲ ਨਾਲ, ਤੇ ਕੁਝ ਕੁ ਜਿਹੜੀਆਂ ਹੈਗੀਆਂ ਨੇ ਸਪੈਸ਼ਲ ਮੈਜੋਰਿਟੀ ਵਿਦ ਦਾ ਕੰਸੈਂਟ ਆਫ ਸਟੇਟਸ ਜਿਹੜੀਆਂ ਲਾਗੂ ਹੁੰਦੀਆਂ ਨੇ। ਟੀਚਰ ਹੈ ਸਰ, ਆ ਜਾਓ ਜੀ, ਠੀਕ ਹੈ ਜੀ, 2 ਮਿੰਟ ਲੈਣੇ ਆ ਸਰ ਮੈਂ। ਨੈਕਸਟ ਹੈਗਾ ਫੈਡਰਲ ਸਿਸਟਮ ਵਿਦ ਯੂਨਿਟਰੀ ਬਾਇਸ, ਕਿ ਸਾਡਾ ਕੌਨਸਟੀਟਿਊਸ਼ਨ ਹੈ ਜਿਹੜਾ, ਆਪਾਂ ਹੁਣ 3-4 ਫੀਚਰ ਹੀ ਕੀਤੇ ਆ। ਇੱਕ ਤਾਂ ਲੈਂਥੀਅਸ ਕੌਨਸਟੀਟਿਊਸ਼ਨ, ਸੈਕੰਡ ਆ ਜਾਂਦਾ ਕਿ ਅਸੀਂ ਅਲੱਗ-ਅਲੱਗ ਸੋਰਸਸ ਦੇ ਉੱਤੋਂ ਡਰਾ ਕੀਤਾ ਅਲੱਗ-ਅਲੱਗ ਚੀਜ਼ਾਂ। ਥਰਡ ਆ ਜਾਂਦਾ ਕਿ ਬਲੈਂਡ ਆਫ ਰਿਜਿਡਿਟੀ, ਫਲੈਕਸੀਬਿਲਿਟੀ, ਐਂਡ ਫੋਰਥ ਹੈ ਜਿਹੜਾ ਫੈਡਰਲ ਸਿਸਟਮ ਵਿਦ ਯੂਨਿਟਰੀ ਬਾਇਸ। ਠੀਕ ਹੈ ਜੀ, ਉਹਦੇ 'ਚ ਕੀ ਆ ਕਿ ਸਾਡਾ ਇੱਕ ਹੀ ਕੌਨਸਟੀਟਿਊਸ਼ਨ ਹੈ, ਸੈਂਟਰ ਦਾ ਤੇ ਸਟੇਟਸ ਦਾ। ਪਾਰਲੀਮੈਂਟ ਨੂੰ ਅਸੀਂ ਪਾਵਰ ਦਿੱਤੀ ਹੋਈ ਆ ਮੋਸਟ ਆਫ ਜਿਹੜੇ ਸਾਡੇ ਸਾਰੇ ਕੌਨਸਟੀਟਿਊਸ਼ਨ ਆ ਉਹਨੂੰ ਅਮੈਂਡ ਕਰਨ ਦੀ, ਉਹ ਅਮੈਂਡ ਕਰ ਸਕਦਾ। ਸਾਡੀ ਗਵਰਨਮੈਂਟ ਆ ਜਿਹੜੀ, ਉਹਦਾ ਸਟਰਕਚਰ ਆ ਜਿਹੜਾ ਅਸੀਂ ਡਿਫਾਈਨ ਕਰਦੇ ਹਾਂ ਫੈਡਰਲ ਹੈ। ਫੈਡਰਲ ਕਿਉਂ ਆ ਕਿ ਅਸੀਂ ਪੈਰਲਲੀ ਸਟੇਟਾਂ ਨੂੰ ਵੀ ਅਧਿਕਾਰ ਦਿੱਤੇ ਹੋਏ ਨੇ, ਬਈ ਤੁਸੀਂ ਵੀ ਇਹਨਾਂ ਸਬਜੈਕਟਸ ਤੇ ਕੰਮ ਕਰ ਸਕਦੇ ਹੋ। ਉਹ ਸਬਜੈਕਟ ਕਿੱਥੇ ਲਿਖੇ ਹੋਏ ਨੇ? ਹਾਂਜੀ ਹਾਂ, ਸੰਵਿਧਾਨ 'ਚ ਲਿਖੇ, ਕਿੱਥੇ ਲਿਖੇ ਹੋਏ ਆ ਕਿ ਸੈਂਟਰ ਆ ਕੰਮ ਕਰੇਗਾ, ਸਟੇਟ ਆ ਕੰਮ ਕਰੇਗਾ, ਤੇ ਦੋਨੋਂ ਮਿਲ ਕੇ ਕਨਕਰੈਂਟ ਲਿਸਟ ਹੁੰਦੀ ਹੈ। ਇੱਕ ਆ ਕੰਮ ਕਰ ਸਕਦੇ ਨੇ, ਇੱਕ ਹੁੰਦੀ ਹੈ ਸੈਂਟਰ ਲਿਸਟ, ਇੱਕ ਸਟੇਟ ਲਿਸਟ ਤੇ ਇੱਕ ਕਨਕਰੈਂਟ ਲਿਸਟ। ਠੀਕ ਹੈ ਜੀ, ਇਹ ਕਿਹੜੇ ਸਾਡੇ ਸ਼ਡਿਊਲ ਦੇ ਵਿੱਚ ਜਾਂ ਪਾਰਟ ਦੇ ਵਿੱਚ ਡਿਫਾਈਨ ਨੇ? ਹਾਂਜੀ ਚਲੋ, ਇਹ ਕੱਲ ਨੂੰ ਦੇਖ ਕੇ ਆਉਣਾ, ਕੁਐਸਚਨ ਆ ਤੁਹਾਡਾ। ਹਾਂਜੀ, ਸੈਂਟਰ ਲਿਸਟ, ਸਟੇਟ ਲਿਸਟ ਤੇ ਕਨਕਰੈਂਟ ਲਿਸਟ, ਇਹ ਇੱਕ ਜਗ੍ਹਾ ਤੇ ਡਿਫਾਈਨ ਕੀਤੇ ਹੋਏ ਨੇ। ਇਹ ਦੇਖ ਕੇ ਆਉਣਾ ਉਹ ਜਗ੍ਹਾ ਕਿਹੜੀ ਹੈ, ਸ਼ਡਿਊਲ ਕਿਹੜਾ, ਪਾਰਟ ਕਿਹੜਾ। ਔਰ ਇੱਕ ਮੈਂ ਹੋਰ ਤੁਹਾਨੂੰ ਐਡ ਆਨ ਕਰ ਦਿੰਦਾ, ਜਿਹੜੇ ਸਾਡੇ ਐਗਰੀਕਲਚਰ ਜਾਂ ਫਾਰਮ ਲਾਜ਼ ਜੋ ਰੌਲਾ ਪੈ ਰਿਹਾ ਉਹ ਇਹੀ ਪੈ ਰਿਹਾ ਕਿ ਇਹ ਸੈਂਟਰ ਦੇ ਪ੍ਰੀਵਿਊ ਦੇ ਵਿੱਚ ਨਹੀਂ ਆਉਂਦੇ ਸੀਗੇ। ਇਹ ਸਟੇਟ ਦਾ ਸਬਜੈਕਟ ਸੀ ਪਰ ਇਹਦੇ ਤੇ ਸੈਂਟਰ ਨੇ ਲਾਅ ਬਣਾਤੇ। ਠੀਕ ਆ, ਉਹ ਇਹਦੇ ਨਾਲ ਜੁੜਿਆ ਹੋਇਆ ਕਨਸੈਪਟ ਹੈ। ਸੋ ਕੱਲ ਨੂੰ ਆਪਾਂ ਇੱਥੋਂ ਹੀ ਕੰਟੀਨਿਊ ਕਰਾਂਗੇ। ਠੀਕ ਹੈ, ਥੈਂਕ ਯੂ।